ਅੱਜ ਆਪਾਂ ਕਰਾਂਗੇ ਥੇਲਸ ਥਿਊਰਮ। ਥਿਊਰਮਸ ਆਪਾਂ ਵਾਰੀ-ਵਾਰੀ ਡਿਸਕਸ ਕਰਾਂਗੇ। ਪਹਿਲੀ ਥਿਊਰਮ ਹੈ ਤੁਹਾਡੀ ਥੇਲਸ ਥਿਊਰਮ। ਇਹਦਾ ਇੱਕ ਨਾਮ ਹੋਰ ਹੈ ਬੀਪੀ ਥਿਊਰਮ। ਬੀਪੀ ਥਿਊਰਮ ਦਾ ਸ਼ਾਰਟ ਫਾਰਮ ਹੀ ਹੈ, ਇਹਦੀ ਫੁੱਲ ਫਾਰਮ ਹੈ ਬੇਸਿਕ ਪ੍ਰੋਪੋਰਸ਼ਨੈਲਿਟੀ ਥਿਊਰਮ। ਹੁਣ ਇਸ ਥਿਊਰਮ ਦਾ ਜਿਹੜਾ ਹੈ ਕੀ ਹੈ ਮੇਨ ਮੋਟਿਵ ਕੀ ਹੈ। ਸਭ ਤੋਂ ਪਹਿਲਾਂ ਇਹਦੇ ਵਿੱਚ ਤੁਹਾਨੂੰ ਪਤਾ ਹੋਣਾ ਚਾਹੀਦਾ ਸੀ ਰਿਜ਼ਲਟ ਜਿਹੜਾ ਹੈ ਉਹ ਕੀ ਆਪਾਂ ਡਰਾਈਵ ਕਰਨ ਲੱਗੇ ਹਾਂ। ਸਟੇਟਮੈਂਟ ਹੈ ਇਹਦੀ ਆਪਾਂ ਜਿਹੜੀ ਕਿ ਤੁਸੀਂ ਯਾਦ ਹੀ ਕਰਨੀ ਹੈ, ਨਾਲ ਸਮਝਣੀ ਵੀ ਹੈ। ਇਫ ਅ ਲਾਈਨ ਇਜ਼ drawn parallel to one side of a triangle to intersect the other two sides in distinct points, the other two sides are divided in the same ratio. If a line is drawn parallel to one side of triangle, so triangle ਦੀ ਗੱਲ ਕੀਤੀ ਆਪਾਂ, triangle draw ਕਰ ਲਈ ਹੈ। ਉਹਨੇ ਕਿਹਾ ਇੱਕ ਲਾਈਨ ਆਪਾਂ ਇਹਦੇ ਵਿੱਚ ਡਰਾ ਕਰਨੀ ਹੈ ਜਿਹੜੀ ਕਿ ਪੈਰਲਲ ਹੋਵੇ ਵਨ ਸਾਈਡ ਦੇ। ਇੱਕ ਲਾਈਨ ਆਪਾਂ ਡਰਾ ਕਰ ਲਈ ਜਿਹੜੀ ਕਿ ਇੱਕ ਸਾਈਡ ਦੇ ਪੈਰਲਲ ਹੋਵੇ। ਐਂਡ ਟੂ ਇੰਟਰਸੈਕਟ ਦਾ ਅਦਰ ਟੂ ਸਾਈਡਸ ਇਨ ਡਿਸਟਿੰਕਟ ਪੁਆਇੰਟਸ। ਅਦਰ ਟੂ ਜਿਹੜੀਆਂ ਸਾਈਡਸ ਹੈ ਉਹਨੂੰ ਡਿਸਟਿੰਕਟ ਪੁਆਇੰਟਸ, ਡਿਸਟਿੰਕਟ ਮਤਲਬ ਡਿਫਰੈਂਟ ਪੁਆਇੰਟਸ ਤੇ ਇੰਟਰਸੈਕਟ ਕਰਦੀ ਪਈ ਹੈ। ਸੋ ਆਪਾਂ ਕੀ ਕੀਤਾ ਇਹਦੇ ਵਿੱਚ ਇੱਕ ਟ੍ਰਾਇੰਗਲ ਬਣਾਈ ਹੈ। ਉਹਨੇ ਕਿਹਾ ਇੱਕ ਲਾਈਨ ਡਰਾ ਕਰਨੀ ਜਿਹੜੀ ਕਿ ਇੱਕ ਸਾਈਡ ਦੇ ਪੈਰਲਲ ਹੋਵੇ। ਆਪਾਂ ਇਸ ਲਾਈਨ ਦੇ ਪੈਰਲਲ ਇੱਕ ਲਾਈਨ ਡਰਾ ਕੀਤੀ ਇਸ ਤਰ੍ਹਾਂ ਕਿ ਬਾਕੀ ਦੋ ਸਾਈਡਸ ਨੂੰ ਉਹ ਇੰਟਰਸੈਕਟ ਕਰਦੀ ਪਈ ਡਿਸਟਿੰਕਟ ਪੁਆਇੰਟਸ ਤੇ। ਸੋ ਆਪਾਂ ਇੱਥੇ ਨਾਮ ਲੈ ਲਿਆ DE ਪੁਆਇੰਟਸ ਲੈ ਲਏ। ਤਾਂ ਫਿਰ ਕੀ ਹੋਏਗਾ ਇਸ ਤਰ੍ਹਾਂ ਕਰਨ ਦੇ ਨਾਲ ਸਾਨੂੰ ਕੀ ਮਿਲੇਗਾ। ਤਾਂ ਥੇਲਸ ਜਿਹੜਾ ਮੈਥਮੈਟੀਸ਼ੀਅਨ ਸੀ ਉਹਨੇ ਆਪਾਂ ਨੂੰ ਇੱਕ ਰਿਜ਼ਲਟ ਡਰਾਈਵ ਕਰਕੇ ਦਿੱਤਾ ਕਿ ਜੇ ਇੱਕ ਆਪਾਂ ਲਾਈਨ ਡਰਾ ਕਰੀਏ ਜਿਹੜੀ ਕਿ ਇੱਕ ਸਾਈਡ ਦੇ ਪੈਰਲਲ ਹੋਵੇ ਇੱਕ ਟ੍ਰਾਇੰਗਲ ਦੇ ਵਿੱਚ ਤੇ ਬਾਕੀ ਦੋ ਸਾਈਡਸ ਨੂੰ ਡਿਫਰੈਂਟ ਪੁਆਇੰਟਸ ਤੇ ਕੱਟਦੀ ਹੋਵੇ, ਦੈਨ ਜਿਹੜੀਆਂ ਅਦਰ ਟੂ ਸਾਈਡਸ ਹੈ ਜਿਹਦੇ ਆਪਾਂ ਪੈਰਲਲ ਨਹੀਂ ਲਈ ਮਤਲਬ ਜਿਨ੍ਹਾਂ ਨੂੰ ਕੱਟਦੀ ਪਈ ਹੈ, ਦੈਨ ਦਾ ਅਦਰ ਟੂ ਸਾਈਡਸ ਆਰ ਡਿਵਾਈਡਡ ਇਨ ਦਾ ਸੇਮ ਰੇਸ਼ੋ। ਜਿਹੜੀਆਂ ਬਾਕੀ ਦੋ ਸਾਈਡਸ ਆ ਉਹ ਸੇਮ ਰੇਸ਼ੋ 'ਚ ਡਿਵਾਈਡ ਹੋਣਗੀਆਂ। ਸੇਮ ਰੇਸ਼ੋ 'ਚ ਜਿੱਦਾਂ ਆਪਾਂ ਇਹਨੂੰ ਕੱਟ ਕੇ ਜਾ ਰਹੀ ਹੈ, ਸੇਮ ਰੇਸ਼ੋ ਮੀਨਸ ਦਿਸ ਪੋਰਸ਼ਨ ਓਵਰ ਦਿਸ ਪੋਰਸ਼ਨ, AD ਓਵਰ DB ਇਕੁਅਲ ਹੋਏਗਾ AE ਓਵਰ EC। ਸੋ AD this side over this side and this side over this side ਇਹ ਆਪਸ ਚ ਇਕੁਅਲ ਹੋਏਗੀ, ਰੇਸ਼ੋ ਇਹਨਾਂ ਦੀ ਇਕੁਅਲ ਹੋਏਗੀ। AD ਤੇ DB ਦੀ ਰੇਸ਼ੋ, AE ਤੇ EC ਦੀ ਰੇਸ਼ੋ। ਇਹ ਆਪਾਂ ਪ੍ਰੂਫ ਕਰਨ ਲੱਗੇ ਇਸ ਥਿਊਰਮ ਦੇ ਵਿੱਚ। ਸੋ ਆਪਾਂ ਨੂੰ ਪਤਾ ਹੈ ਥਿਊਰਮ ਜਦੋਂ ਵੀ ਆਪਾਂ ਕੋਈ ਪ੍ਰੂਫ ਕਰਦੇ ਹਾਂ ਤਾਂ ਇਹ 4 ਸਟੈਪਸ ਇਹਦੇ ਵਿੱਚ ਹੁੰਦੇ ਆ ਜਿੱਦਾਂ ਕਿ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਹੋਇਆ। ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਪੈਂਦਾ ਥਿਊਰਮ ਨੂੰ ਪ੍ਰੂਫ ਕਰਨ ਤੋਂ ਪਹਿਲਾਂ ਤੁਹਾਨੂੰ ਕੀ ਮਟੀਰੀਅਲ ਗਿਵਨ ਹੈ, ਕਿਹੜੀਆਂ ਚੀਜ਼ਾਂ ਉਹਨਾਂ ਨੇ ਦਿੱਤੀਆਂ ਹੋਈਆਂ ਤੁਹਾਨੂੰ। ਸੋ ਗਿਵਨ ਪਹਿਲੀ ਜਿਹੜੀ ਤੁਸੀਂ ਹੈਡਿੰਗ ਬਣਾ ਲੈਣਾ ਗਿਵਨ ਕੀ ਹੈ। ਇਹਦੇ ਵਿੱਚ ਸਾਨੂੰ ਸਿਰਫ ਇੱਕ ਟ੍ਰਾਇੰਗਲ ਦਿੱਤੀ ਹੋਈ ਆ, ਟ੍ਰਾਇੰਗਲ ABC ਗਿਵਨ ਹੈ। ਇਨ ਟ੍ਰਾਇੰਗਲ ABC ਹੋਰ ਕੀ ਸਾਨੂੰ ਗਿਵਨ ਹੈ ਕਿ ਇਹ ਲਾਈਨ ਇਹਦੇ ਕੀ ਹੈ ਪੈਰਲਲ, DE ਪੈਰਲਲ ਟੂ BC। ABC ਟ੍ਰਾਇੰਗਲ ਦੇ ਵਿੱਚ ਕੀ ਗਿਵਨ ਹੈ ਤੁਹਾਨੂੰ DE ਪੈਰਲਲ ਟੂ BC। ਇਹੀ ਚੀਜ਼ ਤੁਹਾਨੂੰ ਸਿਰਫ ਗਿਵਨ ਆ ਤੇ ਪ੍ਰੂਫ ਅਸੀਂ ਕਰਨਾ ਹੈ AD ਓਵਰ DB ਇਜ਼ ਇਕੁਅਲ ਟੂ AE ਓਵਰ EC। ਇਹਨੂੰ ਆਪਾਂ 2 ਪ੍ਰੂਫ ਲਿਖਿਆ ਜਿਹੜਾ ਕਿ ਅਸੀਂ ਹਜੇ ਪ੍ਰੂਫ ਕਰਨਾ ਹੈ। ਨੈਕਸਟ ਸਟੈਪ ਹੁੰਦਾ ਸਾਡਾ ਕੰਸਟਰਕਸ਼ਨ। ਜੇ ਸਾਨੂੰ ਕਿਸੇ ਚੀਜ਼ ਦੀ ਹੈਲਪ ਲੈਣੀ ਪੈਂਦੀ ਆਪਾਂ ਉਹਨੂੰ ਕਿਚ ਪਾਉਂਦੇ ਹਾਂ ਕੰਸਟਰਕਸ਼ਨ ਦੇ ਵਿੱਚ। ਇਸ ਚੀਜ਼ ਨੂੰ ਪ੍ਰੂਫ ਕਰਨ ਦੇ ਲਈ ਆਪਾਂ ਇੱਕ ਕੰਸਟਰਕਸ਼ਨ ਮਟੀਰੀਅਲ ਜਿਹੜਾ ਹੈ ਉਹ ਆਪਾਂ ਇਹਦੇ ਵਿੱਚ ਕੰਸਟਰਕਸ਼ਨ ਹੈਡਿੰਗ ਦੇਣਾ ਹੈ ਕਿ ਜੋ ਸਾਨੂੰ ਜਿਹੜੀ ਚੀਜ਼ ਦੀ ਹੈਲਪ ਲੈਣੀ ਪਈ। ਇਹਦੇ ਵਿੱਚ ਆਪਾਂ ਡਰਾਈਵ ਕਰਨ ਦੇ ਲਈ ਰਿਜ਼ਲਟ ਇੱਥੋਂ ਡਰਾ ਕਰਨਾ ਹੈ, E ਤੋਂ ਡਰਾ ਕਰਨਾ ਹੈ ਇੱਕ ਪਰਪੈਂਡੀਕੂਲਰ EF ਇਸ ਲਾਈਨ ਤੇ। ਇਸ ਲਾਈਨ ਦਾ ਨਾਮ ਕੀ ਹੈ AB। ਜੇ ਉਹ ਪੂਰੀ ਲਾਈਨ ਤੇ ਪਰਪੈਂਡੀਕੂਲਰ ਆ ਚਾਹੇ AD ਤੇ ਹੈ ਸੋ ਪੂਰੇ ਤੇ ਵੀ ਉਹ ਪਰਪੈਂਡੀਕੂਲਰ ਰਹੇਗਾ। ਚਾਹੇ ਇੰਨੇ ਹਿੱਸੇ ਤੇ ਲਿਖ ਲਓ, ਇੰਨੇ ਹਿੱਸੇ ਤੇ ਲਿਖ ਲਓ, ਪੂਰੇ ਤੇ ਲਿਖ ਲਓ, ਇੱਕ ਪਰਪੈਂਡੀਕੂਲਰ ਹੀ ਰਹੇਗਾ। EF ਪਰਪੈਂਡੀਕੂਲਰ ਹੈ AB ਤੇ ਔਰ ਡਰਾ ਕਿੱਥੋਂ ਕੀਤਾ ਹੈ ਪੁਆਇੰਟ E ਤੋਂ। ਦੈਨ ਅਸੀਂ D ਤੋਂ ਇੱਕ ਪਰਪੈਂਡੀਕੂਲਰ ਡਰਾ ਕਰਨਾ ਹੈ DG ਕਿਸ ਤੇ AC ਲਾਈਨ ਦੇ ਉੱਤੇ DG। ਸੋ ਡਰਾ DG ਪਰਪੈਂਡੀਕੂਲਰ ਕਿਹਦੇ ਤੇ AC ਤੇ ਕਿਹੜੇ ਪੁਆਇੰਟ ਤੋਂ ਫਰੋਮ ਪੁਆਇੰਟ D ਤੇ EF ਜਿਹੜਾ ਪਰਪੈਂਡੀਕੂਲਰ ਫਰੋਮ ਪੁਆਇੰਟ E ਤੋਂ ਜਿਹੜਾ ਕੀਤਾ ਉਹ ਕਿਤੇ ਕੀਤਾ AB ਤੇ। ਸੋ ਲਿਖਣ ਦਾ ਤਰੀਕਾ ਦੇਖੋ DG ਪਰਪੈਂਡੀਕੂਲਰ AC, DG ਪਰਪੈਂਡੀਕੂਲਰ AC, EF ਪਰਪੈਂਡੀਕੂਲਰ AB ਫਰੋਮ ਪੁਆਇੰਟ E ਤੇ ਇਹ ਹੈਗਾ ਫਰੋਮ ਪੁਆਇੰਟ D। ਹੁਣ ਤੁਹਾਡੀ ਕੰਸਟਰਕਸ਼ਨ ਹੋ ਗਈ। ਇੱਕ ਕੰਸਟਰਕਸ਼ਨ ਦੇ ਵਿੱਚ ਹੋਰ ਚੀਜ਼ ਕਰਨੀ ਆ, ਅਸੀਂ ਇਹਨੂੰ ਜੁਆਇਨ ਕਰਨਾ ਹੈ। ਜੁਆਇਨ BE ਐਂਡ ਜੁਆਇਨ DC। ਦੇਖਦੇ ਹਾਂ ਇਹਦੇ ਨਾਲ ਸਾਨੂੰ ਕੀ ਹੈਲਪ ਮਿਲੀ। ਸੋ ਹੁਣ ਪ੍ਰੂਫ ਤੇ ਆਵਾਂਗੇ ਅਗਲਾ।
ਪ੍ਰੂਫ ਦੇ ਵਿੱਚ ਕੀ ਕਰਨਾ ਹੈ ਆਪਾਂ ਇਹਦੇ ਵਿੱਚ ਯਾਦ ਕਰਿਓ ਆਪਾਂ ਨੂੰ ਚਾਹੀਦਾ ਹੈ AD ਓਵਰ DB ਚਾਹੀਦਾ ਹੈ ਇਕੁਅਲ ਪ੍ਰੂਫ ਕਰਨੇ ਆ AD ਓਵਰ DB AE ਓਵਰ EC ਸੋ ਇਹ ਇਸ ਦੇ ਲਈ ਯਾਦ ਰੱਖਣਾ ਤੁਸੀਂ ਪਹਿਲਾਂ ਤਾਂ ਇੱਕ ਆਹ ਪੂਰੀ ਟ੍ਰਾਇੰਗਲ ਉੱਪਰ ਵਾਲੀ ਲੈਣੀ ਹੈ ADE ਫਿਰ ਤੁਸੀਂ ਯਾਦ ਰੱਖਣਾ DEB याद रखो दोबारा AD ही पूरी ट्रायंगल एंड देन हाफ DEB इन्हां दोनों नूं पहला कंसीडर करन लगे देखदे ते तो सानू की हेल्प मिलती है ADE दा एरिया लेना है एंड DEB दा भी की लेना है बेटा जी एरिया सो एरिया ऑफ ट्रायंगल ADE ओवर एरिया ऑफ ट्रायंगल DEB मैं ओवर क्यों लिया क्योंकि अल्टीमेटली मैनू रिजल्ट जिहड़ा है रेशो च चाहिदा है सो दिस ओवर दिस मैं ट्रायंगल ले ली कंसीडर कर ली कि एक मेरे को आ साइड ते आ वाली साइड दा पता लग जाएगा कि रिजल्ट मिलता है सो एरिया ऑफ ट्रायंगल ADE ओवर एरिया ऑफ ट्रायंगल DEB इज इक्वल टू की आएगा ADE ਦਾ ਏਰੀਆ ਕਿੱਦਾਂ ਨਿਕਲੇਗਾ ਸਾਨੂੰ ਪਤਾ ਹੈ ਏਰੀਆ ਦਾ ਫਾਰਮੂਲਾ ਏਰੀਆ ਆਫ ਟ੍ਰਾਇੰਗਲ ਕੀ ਹੁੰਦਾ ਹੈ ਹਾਫ ਬੇਸ ਇਨਟੂ ਆਲਟੀਟਿਊਡ ਜਾਂ ਹਾਫ ਬੇਸ ਇਨਟੂ ਹਾਈਟ ਜਿੱਦਾਂ ਮਰਜ਼ੀ ਲਰਨ ਕਰ ਲਓ ਸੋ ਇਸ ਚੀਜ਼ ਦੇ ਵਿੱਚ ਆਪਾਂ ਨੇ ਬੇਸ ਆ ਵੀ ਹੋ ਸਕਦਾ ਹੈ ਪਰ ਇਹਦੇ ਤੇ ਸਾਨੂੰ ਆਲਟੀਟਿਊਡ ਨਹੀਂ ਪਤਾ ਅਸੀਂ ਆ ਕੰਸੀਡਰ ਕੀਤਾ ਹੋਇਆ ਸੋ ਇਸ ਕੰਸੀਡਰੇਸ਼ਨ ਦੇ ਲਈ ਅਸੀਂ ਇਹਨੂੰ ਕਾਪੀ ਨੂੰ ਮੈਂ ਘੁਮਾ ਕੇ ਤੁਹਾਨੂੰ ਦਿਖਾ ਦਿੰਨੀ ਆ ਇਸ ਤਰ੍ਹਾਂ ਇਹਨੂੰ ਸੋਚਣਾ ਆ ਬੇਸ ਹੈ ਆ ਆਪਾਂ ਕੀ ਇੱਥੇ ਆਲਟੀਟਿਊਡ ਸੁੱਟਿਆ ਸੋ ਇੰਨੀ ਟ੍ਰਾਇੰਗਲ ਦਾ ਏਰੀਆ जिद्दां मर्जी आप कॉपी घुमा के देख सकते जिधरों सानू ऑल्टीट्यूड मिल जाए सो आ मिलता पे सो अपना बेस आएगा AD एंड परपेंडिकुलर केड़ा आएगा EF ठीक है जी सो AD दे उत्ते EF परपेंडिकुलर हाफ बेस बेस केड़ा ले लिया AD और उहदे ते हाइट केड़ी आ ऑल्टीट्यूड केड़ा है EF दैन DEB दा एरिया जो कटना हुण DEB दे एरिया दे विच ਆਪਾਂ ਬੇਸ ਇਹਨੂੰ ਮੰਨਣਾ ਕਿਉਂਕਿ ਆਪਾਂ ਅੱਗੇ ਇਹਨੂੰ ਮੰਨਿਆ ਆਪਾਂ ਨੂੰ ਇਹਨਾਂ ਦੋਨਾਂ ਦੀ ਰੇਸ਼ੋ ਚਾਹੀਦੀ ਹੈ ਹੁਣ DB ਨੂੰ ਤੁਸੀਂ ਮੰਨਣਾ ਬੇਸ ਹੁਣ DB ਜੇ ਬੇਸ ਹੈ ਬਟ ਇਹਦੇ ਤੇ ਪਰਪੈਂਡੀਕੂਲਰ ਤਾਂ ਪਤਾ ਹੀ ਨਹੀਂ ਆ ਨਹੀਂ ਇਹਦੇ ਤੇ ਪਰਪੈਂਡੀਕੂਲਰ ਲੈ ਲੈਣਾ ਬੇਟਾ ਇਸ ਟ੍ਰਾਇੰਗਲ ਦੇ ਵਿੱਚ ਪਰਪੈਂਡੀਕੂਲਰ ਤਾਂ ਤੁਸੀਂ ਦੇਖਿਆ ਹੀ ਨਹੀਂ ਸੋ ਇਹਦੇ ਲਈ ਤੁਹਾਨੂੰ ਮੈਂ ਪਹਿਲਾਂ ਹੀ ਕਹਿ ਚੁੱਕੀ ਹਾਂ ਜਿਹੜਾ ਪਰਪੈਂਡੀਕੂਲਰ ਹੈ ਅੱਧੀ ਲਾਈਨ ਤੇ ਵੀ ਰਹੇਗਾ ਇਸ ਅੱਧੀ ਲਾਈਨ ਤੇ ਵੀ ਰਹੇਗਾ ਪੂਰੀ ਤੇ ਵੀ ਰਹੇਗਾ ਜਿਹੜਾ ਇੱਕ ਵਾਰੀ ਪਰਪੈਂਡੀਕੂਲਰ ਸੁੱਟਦਾ ਉਹ ਸਾਰੇ ਤੇ ਹੀ 90 ਡਿਗਰੀ ਦਾ ਐਂਗਲ ਬਣਾ ਰਿਹਾ सो इन्ने पोर्शन दे उत्ते भी जिन्हों मैं एक्सटेंड कर दिनी आ कि की रहेगा परपेंडिकुलर सो किसी लाइन दे विच सपोज आपां परपेंडिकुलर ड्रॉ कर दिने जे इत्थे ड्रॉ कर दिने आ ते उहनूं आपां एक्सटेंड करके भी सपोज कर सकते हैं इन्ने हिस्से ते भी इस इन्ने हिस्से ते भी ते ए पूरे हिस्से भी सो DB ਇਹਦੇ ਵਿੱਚ ਬੇਸ ਹੋ ਗਿਆ ਔਰ ਇਹਦੇ ਤੇ ਪਰਪੈਂਡੀਕੂਲਰ ਕਿਹੜਾ ਹੋ ਗਿਆ EF ਸੋ ਇੰਨੀ ਟ੍ਰਾਇੰਗਲ ਦਾ ਬੇਟਾ ਜੀ ਏਰੀਆ ਲੈਣ ਲੱਗੇ ਆਪਾਂ ਇਸ ਪੋਰਸ਼ਨ ਦਾ ਕੀ ਆਏਗਾ हाफ BD इंटू EF EF ही परपेंडिकुलर रहेगा इन्ने ते भी ठीक है हाफ DB इंटू EF हुण हाफ ना हाफ कटेगी EF ना EF कटिया गया की बचिया AD ओवर DB सो सिमिलरली AD ओवर DB जो तो सानू इधरले पोर्शन तो मिल गया हुण असीं इधर वाली कंसीडरेशन करनी है सब तो पहला आपां ट्रायंगल फिर उही लवांगे ADE अगे ADE दे नाल DEB लई सी हुण ADE दे नाल DEC लैनी है याद रखना ऊपर पूरी ते एक बारी आ वाली अद्धी लई है हुण फिर ऊपर पूरी हुण आ वाली आपां हाफ वाली लवांगे DEC ਹੁਣ देखो ADE ਦੇ ਨਾਲ DEC ਜਦੋਂ ਲਵਾਂਗੇ ਇਹਦਾ ਏਰੀਆ ਫਿਰ ਉਹੀ ਆਏਗਾ ਹਾਫ ਬੇਸ ਅੱਗੇ ਆਪਾਂ ਇੱਧਰ ਲਿਆ ਸੀ ਹੁਣ ਆਪਾਂ ਇਹਨੂੰ ਬੇਸ ਲਵਾਂਗੇ ਇਸ ਤਰ੍ਹਾਂ ਕਾਪੀ ਨੂੰ ਘੁਮਾ ਕੇ ਦੇਖ ਲਓ बेस इंटू ऑल्टीट्यूड हाइट DG और बेस केड़ा लवांगे AE हाफ AE इंटू DG देन नीचे वाला DEC दे लई हाफ बेस केड़ा लवांगे EC अगे आ लिया सी बेस हुण आ वाला लवांगे EC फिर मैं तुहानूं कहा सी आ परपेंडिकुलर पूरे ते रहेगा DG ठीक है हुण तो तुहानूं सगों लर्न ही हो जाएगा एक बारी ऊपर पूरी ए वाली हाफ ऊपर पूरी ए वाली हाफ जो एदा एरिया लोगे बेस एक बारी इनू लोगे ते आ परपेंडिकुलर फिर अगली बारी बेस इनू लोगे ते इनू लोगे AE नू ते EC नू और ओदा जेड़ा परपेंडिकुलर केड़ा लोगे DG दोनों बारी DG कैंसल हाफ हाफ कटिया गया तुहाडा बच जाएगा AE ओवर EC ਹੁਣ ਤੁਹਾਨੂੰ ਇਹਨੂੰ ਆਪਾਂ ਨੰਬਰ 2 ਲੈ ਲੈਣਾ ਜਿਹੜਾ ਪਹਿਲਾਂ ਰਿਜ਼ਲਟ ਆਇਆ ਉਹਨੂੰ ਨੰਬਰ 1 ਲੈ ਦੇਖੋ ਧਿਆਨ ਦੇ ਨਾਲ ਏਰੀਆ ਆਫ ਟ੍ਰਾਇੰਗਲ ADE ਏਰੀਆ ਆਫ ਟ੍ਰਾਇੰਗਲ DEB ਦੀ ਰੇਸ਼ੋ ਬਰਾਬਰ ਆ ਗਈ AD ਓਵਰ DB ਫਿਰ ਏਰੀਆ ਆਫ ਟ੍ਰਾਇੰਗਲ ADE ਤੇ DEC ਦੀ ਰੇਸ਼ੋ ਆ ਗਈ AE ਓਵਰ AC ਹੁਣ ਸਾਨੂੰ ਰਿਜ਼ਲਟ ਚਾਹੀਦਾ ਹੈ ਦੋਨੋਂ ਇਕੁਅਲ ਚਾਹੀਦੇ
AD ਬਟਾ DB ਤੇ AE ਬਟਾ EC ਸਾਨੂੰ ਇਕੁਅਲ ਚਾਹੀਦੇ। ਇਕੁਅਲ ਤਾਂ ਆਣਗੇ ਜੇ ਇਹਨਾਂ ਦੀ ਲੈਫਟ ਸਾਈਡ ਇਕੁਅਲ ਹੋਏਗੀ। ਹੁਣ ਲੈਫਟ ਸਾਈਡ ਦੇਖੋ, ਰਾਈਟ ਹੈਂਡ ਸਾਈਡ ਤਾਂ ਇਕੁਅਲ ਤਾਂ ਕਰਾਂਗੇ ਨਾ ਜੇ ਲੈਫਟ ਸਾਈਡ ਇਕੁਅਲ ਆਏਗੀ। ਲੈਫਟ ਸਾਈਡ ਵਿੱਚ ਦੇਖੋ ਨਿਊਮੀਰੇਟਰ ਤਾਂ ਇਕੁਅਲ ਆ, ਇਹਦਾ ਵੀ ਏਰੀਆ ਆਫ ਟ੍ਰਾਇੰਗਲ ADE ਤੇ ਏਰੀਆ ਆਫ ਟ੍ਰਾਇੰਗਲ DEC ਹੈ, ਬਟ ਇਹਦਾ DEB ਹੈ। ਨੀਚੇ ਡਿਨੋਮੀਨੇਟਰ ਡਿਫਰੈਂਟ ਆ। ਹੁਣ ਜਰਾ ਧਿਆਨ ਨਾਲ ਦੇਖੋ, DEB ਤੇ DEC ਜਿਹੜੀ ਟ੍ਰਾਇੰਗਲਸ ਆ, ਇਹਨਾਂ ਦੋਨਾਂ ਦਾ ਏਰੀਆ ਸਾਨੂੰ ਬਰਾਬਰ ਚਾਹੀਦਾ। ਇਹ ਹੋਏਗਾ, ਆਪਾਂ ਪਹਿਲਾਂ ਇੱਥੇ ਲਿਖ ਦੇਣਾ ਸਾਈਡ ਤੇ, ਬਿਕੋਜ਼ DEB ਤੇ DEC ਜਿਹੜੀਆਂ DEB ਤੇ DEC ਹੈ, ਦੋ ਸਾਈਡਸ ਜਿਹੜੀਆਂ ਟ੍ਰਾਇੰਗਲਸ ਆ, these are on the same base, ਸੇਮ ਬੇਸ ਤੇ ਬਣੀ ਆ। ਕਿਹੜੇ ਬੇਸ ਤੇ ਬਣੀ ਆ? DE ਦੇ ਨਾਲ ਹੀ ਆਹ ਬਣੀ ਆ ਤੇ DE ਦੇ ਨਾਲ ਹੀ ਆਹ ਬਣੀ। ਸੇਮ ਬੇਸ ਇਹਨਾਂ ਦਾ DE ਹੈ। ਐਂਡ ਬਿਟਵੀਨ ਦਾ ਸੇਮ ਪੈਰਲਲ ਲਾਈਨਸ, ਸੇਮ ਪੈਰਲਲ ਲਾਈਨਸ ਕਿਹੜੀਆਂ ਨੇ? BC ਐਂਡ DE ਇਹਨਾਂ ਦੇ ਵਿੱਚ ਬਣੀਆਂ ਨੇ, ਇਸ ਲਈ ਇਹਨਾਂ ਦੇ ਏਰੀਏ ਕੀ ਹੋਣਗੇ? ਇਕੁਅਲ ਹੋਣਗੇ। ਕਿਉਂਕਿ ਜਦੋਂ ਦੋ ਲਾਈਨਸ ਪੈਰਲਲ ਹੁੰਦੀਆਂ ਨੇ, ਇਹ ਰਿਜ਼ਲਟ ਆਪਾਂ 9th ਵਿੱਚ ਵੀ ਕੀਤਾ, ਜੇ ਇਹਦੇ ਵਿੱਚ ਮੈਂ ਕੋਈ ਵੀ ਟ੍ਰਾਇੰਗਲ ਬਣਾਉਣੀ ਆ, ਸਪੋਜ਼ ਇੰਨੇ ਬੇਸ ਨੂੰ ਕੰਸੀਡਰ ਕਰਕੇ ਜੇ ਬਣਾਈ ਹੈ, ਇਸ ਬੇਸ ਦੇ ਨਾਲ ਜਿੰਨੀਆਂ ਵੀ ਮੈਂ ਟ੍ਰਾਇੰਗਲਸ ਇਹਦੇ ਵਿੱਚ ਬਣਾਉਂਗੀ ਸਭ ਦਾ ਏਰੀਆ ਬਰਾਬਰ ਹੋਏਗਾ। ਦੇਖੋ ਬੇਸ ਫਿਰ ਇਹੀ ਲੈਣਾ, ਇੰਨਾ ਹੀ ਲੈਣਾ, ਠੀਕ ਹੈ ਜੀ। ਇਹਦੇ ਨਾਲ ਮੈਂ ਮੰਨ ਲਓ ਕੋਈ ਹੋਰ ਬਣਾ ਦਿੰਨੀ ਆ, ਇਹਨਾਂ ਸਾਰਿਆਂ ਦਾ ਏਰੀਆ ਇਕੁਅਲ ਹੋਏਗਾ। ਕਿਉਂ ਹੋਏਗਾ? ਕਿਉਂਕਿ ਬੇਸ ਸੇਮ ਹੈ, ਉਸ ਤੋਂ ਬਾਅਦ ਆਲਟੀਟਿਊਡ ਵੀ ਸੇਮ ਰਹਿਣਾ, ਕਿਉਂਕਿ ਪੈਰਲਲ ਲਾਈਨਸ ਦੇ ਵਿੱਚ ਹਾਈਟ ਸੇਮ ਰਹਿੰਦੀ ਹੈ। यही डेफिनेशन है पैरेलल लाइंस की। सो जो बेस में सेम ले लिया, हाइट सेम ले ली, हाफ बेस इनटू हाइट, सब का एरिया सेम आ जाना। सो आप इत्थे ड्राइव नहीं करन लगे, बट तुहानूं मैं दस दिता 9th विच आपां इह ड्राइव भी कीता होया है। सो दो ट्रायंगल्स जिहड़ियां ने, जे ओह आपां सेम बेस दे नाल पैरेलल लाइंस दे विच बनाने ते उन्हां दा एरिया बराबर हो जांदा। इह रिजल्ट है। सो दो ट्रायंगल DEB एंड DEC सेम पैरेलल लाइंस दे विच बनिया और सेम बेस दे नाल DE दे नाल आह बनी, DE दे नाल ही DEC बनी है। सो दोनों दा एरिया सेम हो जाएगा। जो दोनों का एरिया सेम हो जाएगा, ਇਹਦਾ मतलब न्यूमरेटर का पहला ही इक्वल सी, डिनोमिनेटर भी एरिया ऑफ DEB ਤੇ एरिया ऑफ DEC बराबर हो गए। ਇਹਦਾ मतलब पूरी लैफ्ट हैंड साइड इक्वल हो गई, लैफ्ट हैंड साइड 2 ਦੇ। सो दोनों ਦੇ ਵਿੱਚੋਂ फ्रॉम 1 एंड 2 ਆਪਾਂ ਕਹਿ ਦੇਣਾ ਕਿ ਇਹਨਾਂ ਦੀ राइट हैंड साइड भी इक्वल होएगी। AD over DB is equal to AE over EC। AD over DB इक्वल होएगा दिस AE over EC। ਇਹ रिजल्ट है थेल्स ने ਜਿਹੜਾ ਸਾਨੂੰ ਦਿੱਤਾ ਹੈ ਕਿ ਕਿਸੇ ट्रायंगल 'ਚ जो मैं लाइन ड्रॉ करदी हां पैरेलल एक साइड दे और बाकी दो ਨੂੰ ਕੱਟਦੀ ਹੋਈ ਤੇ ਸਾਡੇ ਕੋਲ ਰਿਜ਼ਲਟ ਕੀ ਆ ਜਾਂਦਾ ਹੈ? ਰੇਸ਼ੋ ਸੇਮ ਆ ਜਾਂਦੀ ਹੈ, AD over DB AE over EC। ਸੋ ਇਹਦੇ ਨਾਲ ਰੀਜ਼ਨ ਦੱਸ ਦਿੱਤਾ ਕਿਉਂਕਿ ਦੋਨੋਂ ਟ੍ਰਾਇੰਗਲ ਸੇਮ ਬੇਸ ਤੇ ਸੇਮ ਪੈਰਲਲ ਲਾਈਨਸ ਦੇ ਵਿੱਚ ਬਣੀਆਂ ਨੇ, ਇਸ ਲਈ ਇਹਨਾਂ ਦੇ ਏਰੀਆਸ ਇਕੁਅਲ ਹੋਣਗੇ। ਸੋ ਲੈਫਟ ਹੈਂਡ ਸਾਈਡ ਇਕੁਅਲ ਆ ਗਈ। ਸੋ ਆਪਾਂ ਨੂੰ ਇੱਥੇ ਲਿਖਣਾ ਨਹੀਂ ਪੈਣਾ। ਸੋ ਲੈਫਟ ਹੈਂਡ ਸਾਈਡਸ ਆਰ ਇਕੁਅਲ।